ਡਰ ਰਹਿ ਨਹੀਂ ਜਾਂਦਾ। ਨਿਰਭਉ ਜਪੈ ਸਗਲ ਭਉ ਮਿਟੈ। ਜਿਹੜੇ ਨਿਰਭਉ ਵਾਹਿਗੁਰੂ ਜੀ ਨੂੰ ਜਪਦੇ ਹਨ ਉਹਨਾਂ ਦੇ ਸਾਰੇ ਹੀ ਡਰ ਦੂਰ ਹੋ ਜਾਂਦੇ ਹਨ। ਛੇਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਭਾਈ ਸਾਈਂ ਦਾਸ ਦਾ ਗੋਇੰਦਵਾਲ ਵਿਖੇ ਦਰਸ਼ਨ ਕਰਨਾ। ਭਾਈ ਸਾਈਂ ਦਾਸ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਸਾਂਢੂ ਸੀ, ਜੀਵਨ ਪ੍ਰੇਮ ਦੀਆਂ ਖਿੱਚਾਂ ਤੇ ਪ੍ਰੇਮ ਦੀਆਂ ਪੂਰਨਤਾਈਆਂ, ਕਦੇ ਵਿਛੋੜਾ, ਕਦੇ ਦਰਸ਼ਨ, ਕਦੇ ਸਿੱਖ, ਕਦੇ ਸੱਧਰ, ਕਦੇ ਮੇਲ, ਕਦੇ ਵੈਰਾਗ ਵਿੱਚ ਬੀਤਿਆ, ਜਿਸ ਤੋਂ ਮਨ ਪਰ ਅਚਰਜ ਅਸਰ ਹੁੰਦਾ ਗਿਆ। ਦਿਨੋਂ ਦਿਨ ਮਨ ਦੀ ਨਿਰਮਲਤਾ ਤੇ ਉਜਲਤਾ ਉੱਚੀ ਹੁੰਦੀ ਗਈ। ਜਿਉਂ-ਜਿਉਂ ਇਹ ਦਸ਼ਾ ਹੋਈ ਤੇ ਸੁਰਤ ਵੀ ਉੱਚੀ ਹੁੰਦੀ ਗਈ, ਤਿਵੇਂ-ਤਿਵੇਂ ਪ੍ਰੇਮ ਦੀ ਦਸ਼ਾ ਵੀ ਵੱਧਦੀ ਗਈ। ਪਰ ਹੁਣ ਸਮੇਂ ਨੇ ਹੋਰ ਪਲਟਾ ਖਾਧਾ। ਸ੍ਰੀ ਗੁਰੂ ਜੀ ਦੇ ਦਿੱਲੀ ਤੁਰ ਪੈਣ ਦੀਆਂ ਸੋਆਂ ਕੰਨੀ ਪਈਆਂ। ਜੀ ਕਦੇ ਧੜਕਦਾ ਹੈ ਕਿ ਪਿਛਲੇ ਪੰਜਵੇਂ ਸਤਿਗੁਰਾਂ ਵਾਂਗੂ ਭਾਣਾ ਨਾ ਵਰਤਦਾ ਹੋਵੇ। ਕਦੇ ਭਰੋਸਾ ਆਖਦਾ ਹੈ ਕਿ ਨਹੀਂ, ਸੰਗਤਾਂ ਦੀ ਖਿੱਚ ਲੈ ਚੱਲੀ ਹੈ। ਪਰ ਹਰ ਹਾਲ ਵਿੱਚ ਦਰਸ਼ਨਾਂ ਲਈ ਜੀ ਉਛਲਦਾ ਹੈ। ਉੱਧਰੋਂ ਨਾ ਕੋਈ ਆਗਿਆ ਆਈ ਹੈ ਤੇ ਨਾ ਸੁਨੇਹਾ ਮਿਲਿਆ ਹੈ। ਇਸ ਸੋਚ ਵਿਚਾਰ ਵਿੱਚ ਪ੍ਰੇਮ ਦੀ ਨਿੱਤ ਬਲ ਦੀ ਜਵਾਲਾ ਭੜਕਾਰਿਆਂ ਵਿੱਚ ਆ ਪਈ ਤੇ ਉੱਤੋਂ ਹੁਣ ਦਿੱਲੀ ਤੁਰ ਪੈਣ ਦੀ ਪੱਕੀ ਸੋ ਵੀ ਮਿਲ ਗਈ। ਹਾਂ ਪਿਆਰੇ ਜੀ ਲੰਬੇ ਸਫ਼ਰ ਚੱਲੇ ਹਨ। ਕਦ ਮੁੜਨਗੇ, ਕਦ ਫੇਰ ਦਰਸ਼ਨ ਦੇਣਗੇ, ਸਰੀਰ ਦਾ ਕੀ ਭਰੋਸਾ ਹੈ। ਤਦ ਤੱਕ ਪ੍ਰਾਣ ਵੀ ਰਹਿਣਗੇ ਕਿ ਨਹੀਂ। ਭਾਈ ਸਾਈਂ ਦਾਸ ਆਪਣੇ ਦਿਲ ਵਿੱਚ ਸੋਚਦਾ ਵੀ ਜਦੋਂ ਦਿੱਲੀ ਤੋਂ ਮੁੜ ਕੇ ਆਉਣਗੇ, ਖੌਰੇ ਮੈਂ ਉਦੋਂ ਹੋਵਾਂ ਕਿ ਨਾ ਹੋਵਾਂ। ਸਰੀਰ ਦਾ ਤਾਂ ਪਤਾ ਹੀ ਕੋਈ ਨਹੀਂ। ਫੇਰ ਕਹਿੰਦੇ ਹਨ, ਸਤਿਗੁਰੂ ਦੀ ਰਜ਼ਾਏ ਸਿਰ ਧਰਨੀ ਹੈ। ਜੇ ਜੋਗ ਹੁੰਦਾ ਤਾਂ ਗੁਰੂ ਜੀ ਜ਼ਰੂਰ ਦਰਸ਼ਨ ਦੇ ਕੇ ਤੁਰਦੇ। ਉਹਨਾਂ ਨੇ ਜੋ ਕੁਛ ਵਿਚਾਰਿਆ ਹੈ ਸੋ ਠੀਕ ਹੈ, ਕਿਉਂਕਿ ਉਹ ਸਰਬੱਗ ਹਨ, ਉਹ ਦਿਲਾਂ ਦੀਆਂ ਜਾਣਨ ਵਾਲੇ ਨੇ। ਜਿਉਂ-ਜਿਉਂ ਇਹ ਦਸ਼ਾ ਹੋਈ, ਸੁਰਤ ਕਦੇ ਪ੍ਰੇਮ ਦੇ ਪ੍ਰਵਾਹ ਵਿੱਚ ਤੇ ਕਦੇ ਵਿਚਾਰ ਵਾਲੇ ਧੀਰਜ ਵਿੱਚ, ਅੰਤ ਦੋਹਾਂ ਦੀ ਖਿੱਚ ਨੇ ਐਸਾ ਵਲਵਲਾ ਖਾਧਾ ਕਿ ਗੁਰੂ ਮੂਰਤ ਦੇ ਧਿਆਨ ਆਪੇ ਤੋਂ ਵੀ ਭੁਲਾ ਗਏ। ਜਿਉਂ ਸਾਂਝ ਨੂੰ ਸੁਰਤ ਜੁੜੀ ਹੈ, ਫਿਰ ਖੁੱਲ੍ਹਣਾ ਹੀ ਭੁੱਲ ਗਈ। ਮਹਾਰਾਜ ਜੀ ਦੇ ਦਰਸ਼ਨ ਹੋ ਰਹੇ ਹਨ, ਔਰ ਦਰਸ਼ਨ ਕਰਨ ਹਾਰੇ ਮਸਤ ਭੌਰੇ ਦੀ ਤਰ੍ਹਾਂ ਨਿਮਗਨ ਯੋਗੀ ਵਾਂਗ ਇੱਕ ਰਸ ਜੁੜੇ ਬੈਠੇ ਹਨ। ਸਵੇਰਾ ਹੋ ਗਿਆ ਪਰ ਇਹਨਾਂ ਨੂੰ ਖਬਰ ਨਹੀਂ। ਸਾਰੀ ਰਾਤ ਗੁਰੂ ਚਰਨਾਂ ਦੇ ਵਿੱਚ ਸਾਈਂ ਦਾਸ ਜੀ ਨੇ ਸੁਰਤ ਜੋੜੀ ਰੱਖੀ। ਸੂਰਜ ਚੜ੍ਹ ਆਇਆ ਪਰ ਆਪਣੇ ਪਿਆਰੇ ਦੇ ਦਰਸ਼ਨ ਦਾ ਸੂਰਜ ਸਭ ਸੂਰਜਾਂ ਨੂੰ ਮਾਤ ਕਰਨ ਵਾਲਾ ਹੈ। ਉਸ ਵਿੱਚੋਂ ਸੁਰਤ ਨੂੰ ਇਸ ਨਿਕਾਰੇ ਸੂਰਜ ਦੀਆਂ ਕਿਰਨਾਂ ਕਿਵੇਂ ਵੀ ਨਹੀਂ ਉਟਕਾ ਸਕਦੀਆਂ। ਸੋ ਧੁੱਪੇ ਹੀ ਬੈਠਿਆਂ ਦਿਓ ਚੜ੍ਹ ਆਇਆ। ਘਰਦਿਆਂ ਨੇ ਧੁਰ ਛੱਤੇ ਇਸ ਤਰ੍ਹਾਂ ਬੈਠੇ ਵੇਖ ਕੇ ਹਿਲਾਇਆ ਨਹੀਂ। ਉਹ ਇਹਨਾਂ ਦੀ ਵਿਆਕੁਲਤਾ ਨੂੰ ਜਾਣ ਰਹੇ ਸੀ, ਔਰ ਇਹਨਾਂ ਨੂੰ ਇਸ ਸੁੱਖ ਵਿੱਚ ਵੇਖ ਕੇ ਹਿਲਾਇਆ ਨਹੀਂ ਸਨ ਚਾਹੁੰਦੇ। ਭਾਵੇਂ ਸੂਰਜ ਦੀ ਤਪਤ ਤੋਂ ਡਰਦੇ ਉਠਾਉਣਾ ਲੋਚਦੇ ਸਨ, ਪਰ ਇਹਨਾਂ ਦੇ ਮਨ ਨੂੰ ਸੁਖੀ ਜਾਣ ਕੇ ਸਰੀਰ ਦੇ ਤੁਛ ਦੁੱਖ ਦੀ ਪਰਵਾਹ ਵੀ ਤਿਆਗੀ ਬੈਠੇ ਸਨ। ਇੰਨੇ ਨੂੰ ਇੱਕ ਸਿੱਖ ਆਇਆ ਕਿ ਸਤਿਗੁਰੂ ਜੀ ਦਿੱਲੀ ਜਾ ਰਹੇ ਹਨ, ਅੱਜ ਗੋਇੰਦਵਾਲ ਡੇਰਾ ਕਰਨਗੇ, ਤੇ ਆਗਿਆ ਹੋਈ ਕਿ ਸਾਈਂ ਦਾਸ ਜੀ
ਜੋ ਦਰਸ਼ਨ ਦੀ ਅੱਤ ਤਾਂਗ ਕਰ ਰਹੇ ਹਨ, ਗੋਇੰਦਵਾਲ ਆ ਜਾਣ ਜਾਂ ਸੁਲਤਾਨਪੁਰੇ ਆ ਮਿਲਣ। ਗੁਰੂ ਜੀ 3-4 ਦਿਨ ਗੋਇੰਦਵਾਲ ਰਹਿਣਗੇ। ਇਹ ਸੁੱਖ ਸੁਨੇਹਾ ਸੁਣ ਕੇ ਕੌਣ ਉਹਨਾਂ ਨੂੰ ਜੁੜਿਆ ਰਹਿਣ ਦੇਵੇ। ਝੱਟ ਚਰਨ ਦਬਾ ਕੇ ਜਗਾਇਆ ਤੇ ਸਤਿਗੁਰਾਂ ਦਾ ਸੁਨੇਹਾ ਸੁਣਾਇਆ। ਸੁਨੇਹਾ ਸੁਣਦਿਆਂ ਨੈਣੀ ਨੀਰ ਭਰ ਆਇਆ। ਲੂ ਖੜੇ ਹੋ ਗਏ। ਅਰ ਦੰਪਤੀ ਦਾ ਅਰਥ ਹੁੰਦਾ ਪਤੀ ਪਤਨੀ। ਅਰ ਦੰਪਤੀ ਦੇ ਸਰੀਰ ਵਿੱਚੋਂ ਸ਼ੁਕਰ ਦੀ ਧੁਨ ਨਿਕਲੀ। ਗਲ ਪੱਲਾ ਪਾ ਲਿਆ। ਅਰ ਕਈ ਵਾਰ ਧਰਤੀ ਪਰ ਮਸਤਕ ਰੱਖ ਕੇ ਕਿਹਾ, ਸਾਡੇ ਵਰਗੇ ਨੀਵਿਆਂ 'ਤੇ ਕਿਰਪਾਲਤਾ, ਕਰਮਹੀਣਾ ਤਪਹੀਣਾ ਉੱਤੇ ਕਿਰਪਾਲਤਾ। ਧੰਨ ਗੁਰੂ ਹੈ, ਧੰਨ ਵਾਹਿਗੁਰੂ ਹੈ, ਧੰਨ ਬਖਸ਼ਿਸ਼ ਹੈ। ਫਿਰ ਇਹ ਸ਼ਬਦ ਸਭ ਨੇ ਮਿਲ ਕੇ ਗਾਵਿਆ। ਸਗਲ ਇੱਛਾ ਜਪ ਪੁੰਨੀਆ, ਪ੍ਰਭ ਮੇਲੇ ਚਿਰੀ ਵਿਸ਼ੁੰਨਿਆ। ਤੁਮ ਰਵੋ ਗੋਬਿੰਦੈ ਰਵਣ ਜੋਗ, ਜਿਤ ਰਵਿਐ ਸੁਖ ਸਹਿਜ ਭੋਗ। ਰਹਾਉ ਕਰ ਕਿਰਪਾ ਨਦਰ ਨਿਹਾਲਿਆ, ਆਪਣਾ ਦਾਸ ਆਪ ਸੰਭਾਲਿਆ। ਸੇਜ ਸੁਹਾਵੀ ਰਸ ਬਨੀ, ਆਏ ਮਿਲੇ ਪ੍ਰਭ ਸੁਖ ਤਨੀ। ਮੇਰਾ ਗੁਣ ਅਵਗਣ ਨਾ ਵਿਚਾਰਿਆ, ਪ੍ਰਭ ਨਾਨਕ ਚਰਨ ਪੂਜਾਰਿਆ। ਸਤਿਗੁਰੂ ਜੀ ਦੇ ਲੰਘਣ ਦੀ ਸੋਏ ਮਤਲਬ ਖਬਰ ਸਾਰੇ ਪਿੰਡ ਵਿੱਚ ਪਸਰ ਗਈ। ਗੁਰੂ ਜੀ ਦੇ ਚਰਨਾਂ ਕਮਲਾਂ ਦੇ ਪ੍ਰੇਮੀ ਸੁਣਦੇ ਸਾਰ ਭਾਈ ਜੀ ਦੇ ਘਰ ਆਉਂਦੇ ਤੇ ਬੜੇ ਪਿਆਰ ਨਾਲ ਪੁੱਛਦੇ ਹਨ, ਦੀਨ ਦਿਆਲ ਜੀ, ਸਾਨੂੰ ਆਗਿਆ ਹੈ ਜੋ ਆਪ ਦੀ ਸ਼ਰਨ ਚੱਲ ਕੇ ਸਤਿਗੁਰਾਂ ਦੇ ਦਰਸ਼ਨ ਪਾ ਆਵੀਏ। ਜਿਉਂ-ਜਿਉਂ ਇਸ ਤਰ੍ਹਾਂ ਪਿਆਰੇ ਦੇ ਪਿਆਰੇ ਆਉਂਦੇ ਹਨ, ਸਾਈਂ ਦਾਸ ਦਾ ਹਰਖ ਉਛਾਲੇ ਖਾਂਦਾ ਹੈ ਤੇ ਹੱਥ ਬੰਨ੍ਹ ਕੇ ਆਖਦੇ ਹਨ, ਪਿਆਰਿਓ, ਮੇਰੇ ਸਿਰ ਤੇ ਮੇਰੀਆਂ ਅੱਖਾਂ ਤੇ ਕਦਮ ਧਰ ਕੇ ਚੱਲੋ। ਤੁਹਾਡੇ ਪ੍ਰੇਮ ਦੇ ਆਸਰੇ ਦਾਸ ਨੂੰ ਵੀ ਗੁਰਦਰਸ਼ਨ ਪ੍ਰਾਪਤ ਹੋ ਜਾਣਗੇ। ਇਸ ਤਰ੍ਹਾਂ ਲੋਕਾਂ ਦੀ ਤਿਆਰੀ ਤੇ ਬਿਨੈ, ਜ਼ਰਾ ਠਹਿਰਨਾ, ਮੈਂ ਵੀ ਆਇਆ ਜੇ। ਨੇ ਕਿੰਨਾ ਚਿਰ ਲੰਘਾ ਦਿੱਤਾ, ਪਰ ਛੇਕੜ ਤੁਰੇ ਅਰ ਗੋਇੰਦਵਾਲ ਪਹੁੰਚੇ। ਦੀਵਾਨ ਸੱਜ ਰਿਹਾ ਸੀ, ਸਾਰੀ ਸੰਗਤ ਹਾਜ਼ਰ ਹੋਈ। ਸਾਈਂ ਦਾਸ ਜੀ ਨੂੰ ਸੰਗਤ ਮੋਹਰੇ ਲਾ ਰਹੀ ਸੀ, ਪਰ ਅੰਦਰ ਵੜਨ ਵੇਲੇ ਦੰਪਤੀ ਪਿੱਛੇ ਹੋ ਗਏ। ਡੱਲੇ ਦੀ ਸੰਗਤ ਨੂੰ ਗੁਰੂ ਜੀ ਬੜੇ ਆਦਰ ਨਾਲ ਮਿਲੇ। ਜਦ ਸਭਨਾਂ ਦੇ ਪ੍ਰਸ਼ਾਦ ਤੇ ਭੇਟਾ ਲੈ ਚੁੱਕੇ, ਤਦ ਵਿੱਚ ਸਾਈਂ ਦਾਸ ਨਾ ਦਿਸਿਆ। ਸਾਈਂ ਦਾਸ ਤਾਂ ਜੋੜਿਆਂ ਵਿੱਚ ਖੜਾ ਸੀ। ਉਸ ਦੇ ਜੀ ਵਿੱਚ ਸ਼ੁਕਰ ਤੇ ਸ਼ੁਕਰ ਦੇ ਨਾਲ ਨਿਰਮਲ ਭਉ ਭਰ ਰਿਹਾ ਹੈ। ਸ਼ੁਕਰ ਹੈ ਮੇਰੀ ਸਿੱਖ ਪੂਰੀ ਹੋਈ, ਪਰ ਹਾਏ ਮੈਂ ਇਸ ਯੋਗ ਹਾਂ ਕਿ ਐਸੀ ਪਵਿੱਤਰ ਜੋਤ ਦੇ ਨੇੜੇ ਜਾਵਾਂ। ਕੀ ਮੈਂ ਇਸ ਯੋਗ ਹਾਂ? ਮੇਰੇ ਧੰਨ ਭਾਗ, ਮੇਰੇ ਵਾਹ ਨਸੀਬ ਜੋ ਇੱਕ ਮਾਣ ਵਾਲੀ ਥਾਂ 'ਤੇ ਖੜੋਣਾ ਮਿਲਿਆ। ਮੈਂ ਤਾਂ ਕੇਵਲ ਯਾਦ ਨੂੰ ਤਰਸਦਾ ਸਾਂ, ਆ ਤਾਂ ਚਰਨਾਂ ਵਿੱਚ ਹਾਜ਼ਰੀ ਦੇ ਦਰਸ਼ਨ ਨਸੀਬ ਹੋ ਗਏ। ਧੰਨ ਗੁਰੂ ਕਿਰਪਾਲ, ਜੋ ਮੰਗੋ ਉਸ ਤੋਂ ਵੱਧ ਬਖਸ਼ਦਾ ਹੈ। ਇਸ ਪ੍ਰਕਾਰ ਦੇ ਭਾਵਾਂ ਵਿੱਚ ਭਰੇ ਇਸਤਰੀ ਭਰਤਾ ਖੜੇ ਸਨ। ਗੁਰੂ ਜੀ ਦੀ ਨਜ਼ਰ ਵੀ ਤੱਕ ਰਹੀ ਸੀ, ਜੋ ਪਿਆਰਾ ਸਿੱਖ ਕਿੱਥੇ ਹੈ। ਪ੍ਰੇਮੀਆਂ ਦੀ ਪ੍ਰੇਮ ਅਵਸਥਾ ਦੇ ਜਾਣੂ ਨੇ ਤਾੜ ਲਿਆ। ਚਿਹਰੇ ਦਾ ਰੰਗ ਇਸ ਕਹਿਰ ਦੇ ਵੈਰਾਗ ਵਿੱਚ ਦੇਖ ਕੇ ਗੁਰੂ ਜੀ ਤਰਬਕ ਕੇ ਉੱਠੇ ਅਰ ਜਿਕੂ ਗਾਂ ਧਾ ਕੇ ਵਸ਼ੇ ਨੂੰ ਮਿਲਦੀ ਹੈ, ਸਾਈਂ ਦਾਸ ਵੱਲ ਨੂੰ ਹੋਏ।
ਸਾਈਂ ਦਾਸ ਨੇ ਜਾਂ ਗੁਰੂ ਜੀ ਉੱਠਦੇ ਵੇਖੇ ਤਦ ਤੜਫਿਆ ਕਿ ਹਾਏ ਅਦਬ ਕਰਦਿਆਂ ਹੋਰ ਬੇਅਦਬੀ ਹੋ ਗਈ। ਭੱਜ ਕੇ ਚਰਨਾਂ 'ਤੇ ਢਹਿ ਪਿਆ, ਨਾਲ ਹੀ ਰਾਮੋ ਵੀ ਢਹਿ ਪਈ। ਗੁਰੂ ਜੀ ਨੇ ਸੀਸ ਫੜ ਕੇ ਚੁੱਕਿਆ, ਬੜੇ ਪਿਆਰ ਨਾਲ ਕਿਹਾ, ਤੁਸੀਂ ਵੱਡੇ ਥਾਂ ਹੋ, ਸਾਡੇ ਅਦਬ ਦੀ ਜਗ੍ਹਾ ਹੋ, ਐਦਾਂ ਨਾ ਕਰਿਆ ਕਰੋ। ਪਰ ਅੱਗੋਂ ਪ੍ਰੇਮ ਤੇ ਅਦਬ ਭਰੇ ਇਹ ਵਾਕ ਨਿਕਲੇ, ਹੇ ਤਾਰਨਹਾਰ ਜੀ, ਸਾਕਾਦਾਰੀ ਦੇ ਮਾਨ ਤੋਂ ਮੁਕਤ ਕਰਕੇ ਸਿੱਖੀ ਦੀ ਚਰਨ ਧੂੜ ਵਿੱਚ ਸਮਾ ਲਓ। ਇਹ ਸਮਾਂ ਕੁਝ ਅਕਹਿ ਜਿਹਾ ਹੈ। ਪ੍ਰੇਮੀਆਂ ਦੇ ਦਿਲ ਆਪ ਹੀ ਸਮਝਦੇ ਹਨ ਕਿ ਕਿਕੂ ਦੇ ਹੁੰਦੇ ਹਨ। ਦਾਨੇ ਤੇ ਪ੍ਰੇਮ ਰਸ ਭਿੰਨੇ ਸਤਿਗੁਰ ਨੇ ਦੰਪਤੀ ਤੇ ਅਤ ਮਿਹਰਾਂ ਕੀਤੀਆਂ। 2 ਦਿਨ ਗੁਰੂ ਜੀ ਇਹਨਾਂ ਦੇ ਪ੍ਰੇਮ ਦੇ ਕਾਰਨ ਹੋਰ ਗੋਇੰਦਵਾਲ ਠਹਿਰ ਗਏ। ਅੰਤ ਤੁਰਨ ਦਾ ਸਮਾਂ ਆਇਆ। ਹੋਰ ਸੰਗਤਾਂ ਇੱਥੋਂ ਵਿਦਾ ਕੀਤੀਆਂ। ਡੱਲੇ ਦੀ ਸੰਗਤ ਨੂੰ ਸੁਲਤਾਨਪੁਰ ਤੱਕ ਚੱਲਣ ਦੀ ਆਗਿਆ ਮਿਲੀ। ਹੁਣ ਵਿਛੜਨ ਦਾ ਵੇਲਾ ਆ ਗਿਆ। ਸਾਰੀ ਸੰਗਤ ਅਤ ਬਹਿਬਲ ਸੀ, ਪਰ ਇਸ ਦੰਪਤੀ ਦੀ ਦਸ਼ਾ ਬਹੁਤ ਕੋਮਲ ਭਾਵਾਂ ਵਿੱਚ ਸੀ। ਤੁਰਨ ਲੱਗਿਆਂ ਸ਼੍ਰੀ ਗੁਰੂ ਜੀ ਨੇ ਕਿਹਾ, ਭਾਈ ਸਾਈਂ ਦਾਸ ਜੀ, ਅਸੀਂ ਰਾਜੀ ਖੁਸ਼ੀ ਜਰਾ ਚਿਰਾ ਕੇ ਮੁੜਾਂਗੇ। ਭਾਵ ਇਹਦਾ ਅਰਥ ਅਸੀਂ ਕੁਝ ਚਿਰ ਬਾਅਦ ਮੁੜਾਂਗੇ। ਤੁਸੀਂ ਕੋਈ ਐਸੀ ਵੈਸੀ ਸੋਏ ਸੁਣ ਕੇ ਡੋਲਣਾ ਨਹੀਂ। ਜੇ ਕੋਈ ਗਲਤ ਅਫਵਾਹ ਵੀ ਫੈਲਾ ਦੇਵੇ, ਤੁਸੀਂ ਗੁਰੂ 'ਤੇ ਭਰੋਸਾ ਰੱਖਿਓ ਅਤੇ ਡੋਲਿਓ ਨਾ। ਗੁਰੂ ਨਾਨਕ ਦੇਵ ਜੀ ਦੀ ਆਗਿਆ ਵਿੱਚ ਸਭ ਸੁੱਖ ਹਨ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਿੱਲੀ ਪਹੁੰਚੇ। ਮਜਨੂ ਦੇ ਟਿੱਲੇ ਦਿੱਲੀ ਦੇ ਉੱਪਰਲੇ ਪਾਸੇ ਕਸ਼ਮੀਰੀ ਦਰਵਾਜ਼ੇ ਵੱਲੋਂ ਜਿੱਧਰੋਂ ਜਮਨਾ ਆਉਂਦੀ ਹੈ, ਜਮਨਾ ਦੇ ਕਿਨਾਰੇ ਇੱਕ ਟਿਕਾਣਾ ਹੈ ਜਿਸ ਨੂੰ ਮਜਨੂ ਦਾ ਟਿੱਲਾ ਆਖਦੇ ਹਨ। ਇਸ ਇਲਾਕੇ ਦਾ ਨਾਮ ਤੀਮਾਰਪੁਰ ਹੈ, ਜੋ ਤੈਮੂਰ ਹਮਲਾਵਰ ਦੇ ਇੱਥੇ ਡੇਰੇ ਲਾਉਣ ਤੋਂ ਪਿਆ ਸਹੀ ਹੁੰਦਾ ਹੈ। ਇੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਵੀ ਟਿਕੇ ਸਨ। ਜਦੋਂ ਆਪ ਪਹਿਲੀ ਉਦਾਸੀ ਕਰਕੇ ਜਗਤ ਜਲੰਦੇ ਦੀ ਰੱਖਿਆ ਲਈ ਟੁਰ ਪਏ ਸਨ। ਇੱਥੇ ਇੱਕ ਵਾਰ ਹੀ ਪਠਾਨ ਪਾਤਸ਼ਾਹਾਂ ਦਾ ਹਾਥੀ ਖਾਨਾ ਸੀ, ਜਿੱਥੇ ਕਿ ਇੱਕ ਹਾਥੀ ਮਰ ਗਏ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜਿਵਾਇਆ ਅਤੇ ਇਬਰਾਹਿਮ ਲੋਧੀ ਪਠਾਨ ਪਾਤਸ਼ਾਹ ਨਾਲ ਵਿਚਾਰ ਹੋਈ, ਜੋ ਪੁਰਾਤਨ ਜਨਮ ਸਾਖੀ ਵਿੱਚ ਲਿਖੀ ਆ। ਇੱਥੇ ਹੀ ਜਾ ਸ਼੍ਰੀ ਗੁਰੂ ਹਰਗੋਬਿੰਦ ਜੀ ਨੇ ਡੇਰਾ ਲਾਇਆ। ਜਿੱਥੇ ਸਤਿਗੁਰੂ ਜੀ ਦਾ ਤੰਬੂ ਲੱਗਾ ਸੀ, ਉੱਥੇ ਯਾਦਗਾਰ ਵਾਸਤੇ ਸਿੱਖਾਂ ਨੇ ਸੰਗਮਰਮਰ ਦੀਆਂ ਚਰਨ ਪਾਦਕਾਂ ਲਾਈਆਂ ਸਨ, ਜੋ ਹੁਣ ਇਸ ਡਰ ਮਾਰੇ ਕਿ ਬੁੱਤ ਪ੍ਰਸਤੀ ਨਾ ਬਣ ਜਾਏ ਉਡਾ ਦਿੱਤੀਆਂ ਗਈਆਂ ਹਨ। ਪਹਿਲਾਂ ਸਿੱਖਾਂ ਨੇ ਇੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਚਰਨ ਪਾਦਕਾਂ, ਭਾਵ ਉਹਨਾਂ ਦੇ ਚਰਨਾਂ ਵਿੱਚ ਪਾਉਣ ਵਾਲੀਆਂ ਖੜਾਵਾਂ ਜੋੜਾ, ਇੱਥੇ ਨਿਸ਼ਾਨੀ ਵਜੋਂ ਇਸ ਤਰ੍ਹਾਂ ਲਾ ਦਿੱਤਾ ਸੀ। ਪਰ ਬਾਅਦ ਵਿੱਚ ਉਹਨੂੰ ਖਾੜ ਦਿੱਤਾ ਗਿਆ ਕਿ ਲੋਕ ਕਿਤੇ ਬਾਣੀ ਨਾਲੋਂ ਟੁੱਟ ਕੇ ਅਤੇ ਕਿਤੇ ਪੱਥਰਾਂ ਨੂੰ ਇਹਨਾਂ ਮੱਥਾ ਟੇਕੀ ਜਾਣ। ਇਹ ਗੱਲ ਨੋਟ ਕਰਨ ਵਾਲੀ ਹੈ, ਧਿਆਨ 'ਚ ਰੱਖੋ ਵੀ ਪਹਿਲਾਂ ਉੱਥੇ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮਜਨੂ ਦੇ ਟਿੱਲੇ ਦਿੱਲੀ ਠਹਿਰੇ ਸਨ, ਉੱਥੇ ਕੁਝ ਪਿਆਰ ਵਾਲਿਆਂ ਨੇ ਸੰਗਮਰਮਰ ਦੀਆਂ ਚਰਨ ਪਾਦਕਾਂ ਬਣਾ ਦਿੱਤੀਆਂ, ਖੜਾਵਾਂ ਜਿਹੀਆਂ ਕਿ ਨਿਸ਼ਾਨੀ ਬਣਾ ਦਿੱਤੀ। ਇੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਸੀ। ਬਾਅਦ ਵਿੱਚ ਕੁਝ ਸਿਆਣਿਆਂ ਨੇ ਵਿਚਾਰਿਆ ਵੀ ਲੋਕ ਕਿਤੇ ਗੁਰਬਾਣੀ ਨਾਲੋਂ ਟੁੱਟ ਕੇ ਅਤੇ ਪੱਥਰਾਂ ਨੂੰ ਇਹਨਾਂ ਪੂਜਣ ਲੱਗ ਪੈਣ, ਤਾਂ ਕਰਕੇ ਬਾਅਦ 'ਚ ਉੱਥੋਂ ਉਡਾ ਦਿੱਤੀਆਂ ਗਈਆਂ। ਕਿਉਂਕਿ ਗੁਰੂ ਸਾਹਿਬ ਨਹੀਂ ਸੀ ਚਾਹੁੰਦੇ ਵੀ ਤੁਸੀਂ ਸਾਡੀਆਂ ਨਿਸ਼ਾਨੀਆਂ ਨੂੰ, ਸਾਡੀਆਂ ਚੀਜ਼ਾਂ ਨੂੰ ਮੱਥਾ ਟੇਕੋ। ਗੁਰੂ ਸਾਹਿਬ ਨੇ ਤਾਂ ਬਚਨ ਕੀਤਾ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰੋ, ਤਾਂ ਕਰਕੇ ਸਾਨੂੰ ਵੀ ਗੁਰੂ ਦੇ ਸਿੱਖੋ ਮੱਥਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਟੇਕਣਾ ਚਾਹੀਦਾ ਵਾ। ਇੱਧਰ ਉੱਧਰ ਕੋਈ ਚਿਰਾਗਾਂ ਨੂੰ, ਕੋਈ ਥੜਿਆਂ ਨੂੰ, ਕੋਈ ਆਲੇ ਦੁਆਲੇ ਨਾ ਮੱਥਾ ਟੇਕਿਆ ਕਰੋ, ਸਿੱਧਾ ਆਣ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ ਕਰੋ। ਇੱਕ ਵਾਰੀ ਮੈਂ ਤੁਹਾਨੂੰ ਫਿਰ ਪੜ੍ਹ ਕੇ ਸੁਣਾ ਦਿਆਂ। ਜਿੱਥੇ ਸਤਿਗੁਰੂ ਜੀ ਦਾ ਤੰਬੂ ਲੱਗਾ ਸੀ,
ਉੱਥੇ ਯਾਦਗਾਰ ਵਾਸਤੇ ਸਿੱਖਾਂ ਨੇ ਸੰਗਮਰਮਰ ਦੀਆਂ ਚਰਨ ਪਾਦਕਾਂ ਲਾਈਆਂ ਸਨ, ਜੋ ਹੁਣ ਇਸ ਡਰ ਮਾਰੇ ਕਿ ਬੁੱਤ ਪ੍ਰਸਤੀ ਨਾ ਬਣ ਜਾਏ ਉਡਾ ਦਿੱਤੀਆਂ ਗਈਆਂ ਹਨ, ਜਿਸ ਨਾਲ ਇਤਿਹਾਸਕ ਨਿਸ਼ਾਨ ਗੁੰਮ ਹੋ ਗਿਆ ਹੈ। ਚਾਹੀਦਾ ਸੀ ਕਿ ਜੇ ਉਹ ਨਿਸ਼ਾਨ ਉਡਾਉਣਾ ਸੀ ਤਾਂ ਉੱਥੇ ਇੱਕ ਲੇਖ ਲਿਖ ਕੇ ਲਗਾ ਦਿੰਦੇ ਕਿ ਇਹ ਖਾਸ ਥਾਂ ਮਹਾਰਾਜ ਜੀ ਦੇ ਤੰਬੂ ਦਾ ਹੈ। ਉੱਥੇ ਪੱਥਰ ਲਾ ਦੇਣਾ ਚਾਹੀਦਾ ਸੀ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਵੀ ਪਤਾ ਲੱਗਦਾ ਰਹਿੰਦਾ। ਇੱਥੇ ਹੀ ਆਪ ਜੀ ਜਾ ਕੇ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਡੇਰਾ ਲਾਇਆ। ਲਿਖਿਆ ਹੈ ਕਿ ਕੁੰਚੈ ਬੇਗ ਨੇ ਇੱਥੇ ਪਾਤਸ਼ਾਹੀ ਹੁਕਮ ਲੈ ਕੇ ਤੰਬੂ ਡੇਰੇ ਲਵਾ ਦਿੱਤੇ ਸਨ ਅਤੇ ਇੱਥੇ ਹੀ ਮੀਰ ਸਿਕੰਦਰ ਸ਼ਾਹ ਅਤੇ ਹੋਰ ਫਕੀਰ ਪਾਤਸ਼ਾਹ ਦੇ ਘੱਲੇ ਆਪ ਦੀ ਅਜਮਾਇਸ਼ ਵਾਸਤੇ ਆਏ ਅਤੇ ਤਸੱਲੀ ਪਾ ਕੇ ਗਏ। ਇਹਨਾਂ ਨੇ ਪਾਤਸ਼ਾਹ ਪਾਸ ਉਪਮਾ ਕੀਤੀ। ਪਾਤਸ਼ਾਹ ਦੀ ਇੱਛਾ ਅਨੁਸਾਰ ਵਜ਼ੀਰ ਖਾਂ ਅਤੇ ਗੁੰਚੈ ਬੇਗ ਗੁਰੂ ਸਾਹਿਬ ਨੂੰ ਕਿਲ੍ਹੇ ਵਿੱਚ ਪਾਤਸ਼ਾਹੀ ਮੁਲਾਕਾਤ ਵਾਸਤੇ ਲੈ ਆਏ। ਤਵਾਰੀਖ ਗੁਰੂ ਖਾਲਸਾ ਨੇ ਤਾਰੀਖ ਦਿੱਤੀ ਹੈ 22 ਹਾੜ 1673 ਬਿਕਰਮੀ। 22 ਹਾੜ 1673 ਬਿਕਰਮੀ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬਾਦਸ਼ਾਹ ਜਹਾਂਗੀਰ ਨੂੰ ਮਿਲਣ ਵਾਸਤੇ ਦਿੱਲੀ ਦੇ ਉਸ ਦਰਬਾਰ ਦੇ ਵਿੱਚ ਗਏ। ਮੁਲਾਕਾਤ ਸੋਹਣੀ ਤਰ੍ਹਾਂ ਹੋ ਗਈ। ਕਈ ਪ੍ਰਸ਼ਨ ਹੋਏ ਤੇ ਗੁਰੂ ਜੀ ਨੇ ਉੱਤਰ ਦਿੱਤੇ। ਛੋਟੀ ਉਮਰ ਅਤੇ ਦੀਨ ਦੁਨੀ ਦੀ ਪਰਮ ਉੱਚੀ ਲਿਆਕਤ ਵੇਖ ਕੇ ਪਾਤਸ਼ਾਹ ਹੈਰਾਨ ਵੀ ਹੋਇਆ। ਲਿਖਿਆ ਹੈ ਪਰ ਹਰਿਆਣੀ ਦਾ ਫਲ ਖੁਸ਼ੀ ਦੇ ਨਾਲ ਅੰਦਰੋਂ ਅੰਦਰ ਫਿਕਰ ਵੀ ਹੋਇਆ ਕਿ ਜੇ ਇਹ ਦਿਲੋਂ ਮੁਖਾਲਫ ਹੋਵੇ ਤਾਂ ਮਾਮੂਲੀ ਗੱਲ ਨਹੀਂ। ਜਿੰਨਾ ਚਿਰ ਗੁਰੂ ਜੀ ਦਿੱਲੀ ਰਹੇ ਰੋਜ਼ ਦੀਵਾਨ ਸਜਦੇ ਰਹੇ, ਸੰਗਤਾਂ ਆਉਂਦੀਆਂ ਅਤੇ ਕਿਰਤਾਰਥ ਹੁੰਦੀਆਂ ਰਹੀਆਂ। ਦਿੱਲੀ ਮਜਨੂ ਦੇ ਟਿੱਲੇ ਜੋ ਦੀਵਾਨ ਸਜਦੇ ਰਹੇ ਉਹਨਾਂ ਦਾ ਇੱਕ ਨਮੂਨਾ ਕਵੀ ਜੀ ਨੇ ਇਉਂ ਦਰਸਾਇਆ ਹੈ। ਚੌਪਈ ਆਸਾ ਵਾਰ ਰਬਾਬੀ ਗਾਵੇਂ, ਰਾਗ ਰਾਗਨੀ ਰੁਚਰ ਬਨਾਵੇਂ, ਕੇਤਕ ਸਿੱਖ ਸੁਨੈ ਤਹਿ ਆਏ, ਕਿਤਕ ਕੰਠ ਤੇ ਪਾਠ ਅਲਾਏ। ਇਸ ਤਰ੍ਹਾਂ ਸਜਦਾ ਸੀ ਦਿੱਲੀ ਵਿੱਚ ਦਰਬਾਰ। ਸਤਨਾਮ ਸਿਮਰਤ ਸਭ ਡੇਰੇ, ਜਨ ਅੰਮ੍ਰਿਤ ਬਰ ਖੰਡ ਬਡੇਰੇ, ਪ੍ਰਾਤ ਹੋਤ ਲਓ ਸਤਿਗੁਰ ਬਾਣੀ, ਪਠਤ ਸੁਨਤ ਕਰ ਪ੍ਰੀਤ ਮਹਾਨੀ, ਸੂਰ ਉਦੈ ਸਭ ਸੂਰ ਸੋ ਆਏ, ਗੁਰ ਤੰਬੂ ਦਰ ਪਰ ਸਮੁਦਾਏ। ਜਦੋਂ ਸੂਰਜ ਚੜ੍ਹਦਾ ਤੇ ਉਦੋਂ ਸਾਧ ਸੰਗਤ ਜੀ ਫਿਰ ਸੂਰਮੇ ਆ ਜਾਂਦੇ ਤੇ ਸੂਰਮੇ ਆਣ ਕੇ ਗੁਰੂ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਕਰਦੇ। ਸ਼੍ਰੀ ਹਰਗੋਬਿੰਦ ਚੰਦ ਆਨੰਦੋ, ਬਿਕਸੇ ਜੁਗ ਲੋਚਨ ਅਰਬੰਦੇ, ਸੂਖਮ ਬਸਤਰ ਮਹਿਦ ਅਬਿਰਾਮਾ, ਗਨ ਪਾਲਣ ਕੋ ਪਹਿਰਿਓ ਜਾਮਾ। ਕਈ ਕਲੀਆਂ ਵਾਲਾ ਜਾਮਾ ਪਹਿਨਦੇ, ਰੰਗਦਾਰ ਸੁੰਦਰ ਦਸਤਾਰ, ਸਿਰ ਪਰ ਸ਼ੋਭਤ ਦੁਤੀ ਉਦਾਰ, ऊपर जिगा जवाहर जरे, कलगी मुक्ता के गुश धरे। सोहनी दस्तार सजाउंदे, उत्ते कलगी लगी हुंदी। नवरत ने अंगद भुज पाए, अंगद बाहां दे विच पाउण वाले एक गहणे नूं कहिंदे ने। जबर जवाहर गए सुहाए, वहर फर्श करवाए विसाला, तंबू ते निकसे तिस काला, खरे सकल होए बंधन ठानी, दर्शन करत गुरु गुण खानी। कंचन खचत प्रियंक बडेरा, आस तरन ते मृदुल कनेरा। बहुत सोहना पलंग जिहदे विच सोने दियां मेखां लगियां हुंदियां, बहुत सोहनी उत्ते विछाई हुंदी। बैठे लगियो दीवान महाना, योधा थेरे शस्त्र धर नाना, सिख मसंद सेवक समुदाय, खरो मेवरो अर्ज अलाए। बहुत सारे सिख मसंद खलोते हुंदे, मेवड़ा खलोता हुंदा जिहड़ा अरदास करदा। पुरबासी सिख करे घरा, आमन लागे गुर के पा। बहुत सारियां संगतां कड़ाह प्रसादियां देगां तैयार करके लियाउंदियां। जिन्हू भावनी पूरन होई, अर्पण लगे आन कर सोई। जिन्हां दियां भावनावां पूरीआं हुंदियां ਉਹ ਗੁਰੂ ਸਾਹਿਬ ਦਾ ਧੰਨਵਾਦ ਕਰਨ ਵਾਸਤੇ ਆਉਂਦੇ, ਪਿਟਾਵਾਂ ਲੈ ਕੇ ਆਉਂਦੇ। ਪੁਰ ਤੇ ਗੁਰ ਲਗ ਲਾਰੇ ਪਰਿਓ, ਦਰਸ਼ਨ ਕਰਨ ਪ੍ਰੇਮ ਉਰ ਭਰਿਓ। ਸਾਧ ਸੰਗਤ ਜੀ
ਵਿਛਾਵਣ ਕਰਕੇ ਬਹੁਤ ਦੂਰ ਦੂਰ ਤੱਕ ਵਿਛਾਈ ਹੁੰਦੀ, ਬਹੁਤ ਸੰਗਤਾਂ ਬੈਠਦੀਆਂ। ਕੋਸ ਸੈਂ ਕਰੇ ਜਿਨ ਹਿਤ ਜਾਤੇ, ਆਏ ਘਰ ਮੈਂ ਸੋ ਸੁਖ ਦਾਤੇ। ਕੋ ਅਸਮੰਦ ਭਾਗ ਹੋਵੈ ਭਾਰੇ, ਜਾਏ ਨਹੀਂ ਗੁਰ ਦਰਸ਼ ਉਦਾਰੇ। ਨਗਰ ਨਿਵਾਸੀ ਸੋਚਦੇ ਵੀ ਸਾਡੇ ਵੱਡੇ ਭਾਗ ਨੇ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਿੰਨੀ ਦੂਰੋਂ ਚੱਲ ਕੇ ਦਿੱਲੀ ਆਏ ਨੇ, ਚਲੋ ਉਹਨਾਂ ਦੇ ਦਰਸ਼ਨ ਹੀ ਕਰ ਆਈਏ। ਅਤੇ ਸੰਗਤਾਂ ਬੜੇ ਚਾਅ ਨਾਲ ਆਉਂਦੀਆਂ, ਪਰ ਕਈਆਂ ਵਿਚਾਰਿਆਂ ਦੇ ਭਾਗ ਹੀ ਮੰਦੇ ਨੇ। ਜਾਏ ਨਹੀਂ ਗੁਰ ਦਰਸ਼ਨ ਨਿਹਾਰੇ, ਉਹ ਨਹੀਂ ਦਰਸ਼ਨ ਕਰਨ ਵਾਸਤੇ ਜਾਂਦੇ, ਉਹ ਘਰੇ ਹੀ ਰਹਿੰਦੇ ਨੇ। ਇਮ ਆਪਸ ਮੈਂ ਕਹਿ ਕਹਿ ਚਾਲੇ, ਸੌਚ ਇਸ਼ਨਾਨਨ ਠਾਣ ਉਤਾਲੇ। ਉੱਠ ਕੇ ਗੁਰਮੁਖ ਪਿਆਰੇ ਇਸ਼ਨਾਨ ਪਾਣੀ ਕਰਦੇ, ਫਿਰ ਗੁਰੂ ਘਰ ਵਿੱਚ ਆਉਂਦੇ। ਲੈ ਲੈ ਸੰਗ ਕਰਾਹ ਉਮਾਹੇ, ਚੱਲ ਆਵੇ ਸ੍ਰੀ ਸਤਿਗੁਰ ਪਾਹੇ। ਉਹ ਕੜਾਹ ਪ੍ਰਸ਼ਾਦੀਆਂ ਦੇਗਾਂ ਲੈ ਕੇ ਆਉਂਦੇ ਬੜੇ ਪਿਆਰ ਨਾਲ। ਹੋਣ ਲੱਗੀ ਸਭ ਕੀ ਅਰਦਾਸ, ਵਰਤਹਿ ਪੰਚਾਮ੍ਰਿਤ ਗੁਰ ਪਾਸ। ਇਸ ਤਰ੍ਹਾਂ ਸਾਧ ਸੰਗਤ ਜੀ ਬੜੇ ਪਿਆਰ ਨਾਲ ਸੰਗਤਾਂ ਵੱਡੇ ਭਾਗਾਂ ਵਾਲੇ ਗੁਰਮੁਖ ਅੰਮ੍ਰਿਤ ਵੇਲੇ ਉੱਠਦੇ, ਇਸ਼ਨਾਨ ਪਾਣੀ ਕਰਦੇ, ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਦੇ ਅਤੇ ਗੁਰੂ ਘਰ ਦੇ ਵਿੱਚ ਲੈ ਕੇ ਆਉਂਦੇ। ਜਦੋਂ ਆ ਕੜਾਹ ਪ੍ਰਸ਼ਾਦ ਦੀ ਗੱਲ ਚੱਲੀ ਆ, ਮੇਰਾ ਧਿਆਨ ਸਾਧ ਸੰਗਤ ਜੀ, ਮੇਰੇ ਧਿਆਨ ਵਿੱਚ ਐਡਮਿੰਟਨ ਦਾ ਗੁਰਦੁਆਰਾ ਸਾਹਿਬ ਆ, ਗੁਰਦੁਆਰਾ ਮਿਲਵੁੱਡਜ਼, ਉੱਥੋਂ ਦੇ ਅੰਮ੍ਰਿਤ ਵੇਲੇ ਦਾ ਮੇਰਾ ਉੱਥੇ ਧਿਆਨ ਗਿਆ। ਉੱਥੇ ਨਾ ਸੰਗਤ ਨੂੰ ਬਾਹਰਲੇ ਦੇਸ਼ਾਂ ਵਿੱਚ ਮਨ੍ਹਾ ਕੀਤਾ ਹੋਇਆ ਵਾ ਵੀ ਜਿਹੜੀ ਕੜਾਹ ਪ੍ਰਸ਼ਾਦ ਦੀ ਦੇਗ ਆ ਕੋਈ ਵੀ ਘਰੋਂ ਨਾ ਬਣਾ ਕੇ ਲਿਆਵੇ, ਕਿਉਂਕਿ ਕਈ ਥਾਵਾਂ 'ਤੇ ਐਸੀਆਂ ਘਟਨਾਵਾਂ ਵੀ ਹੋ ਜਾਂਦੀਆਂ। ਕਈ ਆਪਾਂ ਖਬਰਾਂ ਪੜ੍ਹਦੇ ਹਾਂ ਵੀ ਕੋਈ ਬੰਦਾ ਸੀ ਜੀ, ਉਹ ਬੰਦਾ ਭੈੜਾ ਸੀ ਜਾਂ ਕਹਿ ਲਓ ਗੁਰੂ ਘਰ ਦਾ ਦੁਖੀ ਸੀ, ਉਹ ਕੜਾਹ ਪ੍ਰਸ਼ਾਦ ਘਰੋਂ ਬਣਾ ਕੇ ਲਿਆਏ, ਦੇ ਵਿੱਚ ਕੁਝ ਰਲਾ ਕੇ ਦੇ ਗਏ, ਉਹ ਕਈਆਂ ਨੂੰ ਵਰਤਾਇਆ, ਕਈ ਲੋਕ ਬਿਮਾਰ ਹੋ ਗਏ। ਇਸ ਤਰ੍ਹਾਂ ਦੀਆਂ ਖਬਰਾਂ ਵੀ ਆਉਂਦੀਆਂ ਨੇ। ਅਤੇ ਬਾਹਰਲੇ ਦੇਸ਼ਾਂ ਵਿੱਚ ਖਾਸ ਸਖਤੀ ਹੁੰਦੀ ਆ, ਉੱਥੇ ਬੜਾ ਧਿਆਨ ਰੱਖਿਆ ਜਾਂਦਾ। ਉੱਥੇ ਕੋਈ ਵੀ ਤੁਸੀਂ ਖੁੱਲ੍ਹੀ ਦਾਲ ਇਤਿਆਦਿਕ ਨਹੀਂ ਚੜ੍ਹਾ ਸਕਦੇ। ਜਿਹੜੀ ਵੀ ਦਾਲ ਇਤਿਆਦਿਕ ਚਾਵਲ ਕੁਛ ਵੀ ਚੜ੍ਹਾਉਣਾ, ਪੈਕਟ ਬੰਦ ਹੋਣਾ ਚਾਹੀਦਾ ਅਤੇ ਕੰਪਨੀ ਦੀ ਮੋਹਰ ਹੋਣੀ ਚਾਹੀਦੀ ਆ। ਇਹ ਨਹੀਂ ਵੀ ਤੁਸੀਂ ਆਪੇ ਹੀ ਆਪਣੇ ਘਰੋਂ ਚੌਲ ਪਾਏ ਅਤੇ ਉੱਤੇ ਗੰਢ ਮਾਰ ਕੇ ਗੁਰੂ ਘਰ 'ਚ ਚੜ੍ਹਾ ਗਏ। ਉੱਥੇ ਕੜਾਹ ਪ੍ਰਸ਼ਾਦ ਦੇਗ ਘਰੋਂ ਨਹੀਂ ਬਣਾ ਕੇ ਲਿਆ ਸਕਦੇ। ਇਹ ਕਿਹਾ ਜਾਂਦਾ ਵੀ ਤੁਸੀਂ ਸੁੱਕੀ ਰਸਤ ਦੇ ਜਾਓ, ਦੇਸੀ ਘਿਓ ਦਾ ਡੱਬਾ ਇਤਿਆਦਿਕ ਚੀਜ਼ ਜੋ ਵੀ ਚੜ੍ਹਾਉਣੀ ਸੁੱਕੀ ਰਸਤ ਦੇ ਜਾਓ, ਕੜਾਹ ਪ੍ਰਸ਼ਾਦ ਦੀ ਦੇਗ ਅਸੀਂ ਆਪੇ ਚੜ੍ਹਾਵਾਂਗੇ। ਇੱਕ ਬੀਬੀ ਸੀ ਮਾਤਾ ਇੱਕ, ਅਤੇ ਉਹਦੇ ਮਨ 'ਚ ਬੜਾ ਪਿਆਰ ਸੀ ਵੀ ਨਹੀਂ, ਸਤਿਗੁਰੂ ਜੀ ਦੇ ਕੜਾਹ ਪ੍ਰਸ਼ਾਦ ਦੀ ਅੰਮ੍ਰਿਤ ਵੇਲੇ ਦੀ ਸੇਵਾ ਮੈਂ ਹੀ ਕਰਨੀ ਆ। ਉਹਨੇ ਫਿਰ ਇੱਕ ਹੋਰ ਤਰੀਕਾ ਸੋਚਿਆ। ਉਹਨੇ ਕੀ ਕਹਿਣਾ ਵੀ ਉਹਨੇ ਸਵੇਰੇ ਅੰਮ੍ਰਿਤ ਵੇਲੇ ਸਵੇਰੇ 4 ਵਜੇ ਗੁਰਦੁਆਰਾ ਸਾਹਿਬ ਵਿਖੇ ਹਾਜ਼ਰ ਹੋ ਜਾਣਾ, ਭਾਵੇਂ ਬਰਫ਼ ਡਿੱਗਦੀ ਹੋਵੇ, ਜੋ ਮਰਜ਼ੀ ਹੋਵੇ, ਉਹਦੀ ਰੂਟੀਨ ਸੀ, ਭਾਵੇਂ ਮੀਂਹ ਆਉਂਦਾ ਹੋਵੇ। 4 ਵਜੇ ਗੁਰਦੁਆਰਾ ਸਾਹਿਬ ਵਿਖੇ ਹਾਜ਼ਰ ਹੋਣਾ। ਉਹਨੇ ਕਹਿਣਾ ਵੀ ਸਾਨੂੰ ਵੀ ਭਾਈ ਸਾਹਿਬ ਤੁਸੀਂ ਮੈਨੂੰ ਰਸਤ ਦਿਓ ਅਤੇ ਮੈਂ ਕੜਾਹ ਪ੍ਰਸ਼ਾਦ ਦੀ ਦੇਗ ਬਣਾ ਦਿਆਂ। ਉਹਦੀ ਰੂਟੀਨ ਸੀ। ਮੈਂ ਉੱਥੇ 6 ਮਹੀਨੇ ਲਗਾਤਾਰ ਇੱਕ ਗੁਰਦੁਆਰਾ ਸਾਹਿਬ 'ਚ ਰਿਹਾ, ਮੈਨੂੰ ਨਹੀਂ ਲੱਗਦਾ ਕਦੇ ਉਹਨੇ ਨਾਗਾ ਪਾਇਆ ਹੋਵੇ। ਅਸੀਂ ਲੋਕ ਦੇ ਵਿੱਚੋਂ ਕਈ ਵਾਰੀ ਛੁੱਟੀ ਕਰ ਲੈਂਦੇ ਹਾਂ ਨਾ, ਪਰ ਜਿਹੜੇ ਪਿਆਰੇ ਨੇ ਨਾ ਉਹ ਕਦੇ ਨਹੀਂ ਛੁੱਟੀ ਕਰਦੇ, ਰੋਜ਼ ਹੀ ਰੂਟੀਨ ਦੇ ਨਾਲ ਆਣ ਕੇ ਉਹ ਬੀਬੀ ਨੇ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਨੀ ਵੀ ਇਹ ਮੇਰੇ ਵੱਡੇ ਭਾਗ ਆ ਵੀ ਗੁਰੂ ਸਾਹਿਬ ਨੇ ਮੈਨੂੰ ਸੇਵਾ ਬਖਸ਼ੀ ਆ, ਅਤੇ ਜਿਹੜੀ ਕੜਾਹ ਪ੍ਰਸ਼ਾਦ ਦੀ ਦੇਗ ਪਹਿਲਾਂ ਮਹਾਰਾਜ ਜੀ ਨੂੰ ਭੋਗ ਲੱਗਣਾ ਵਾ ਉਹ ਮੈਂ ਤਿਆਰ ਕਰਨੀ ਆ। ਇਸ ਤਰ੍ਹਾਂ ਕਈਆਂ ਦੇ ਮਨ ਦੇ ਵਿੱਚ ਪਿਆਰ ਹੁੰਦਾ। ਇਸ ਤਰ੍ਹਾਂ ਸਾਧ ਸੰਗਤ ਜੀ, ਲੈ ਲੈ ਸੰਗ ਕਰਾਹ ਉਮਾਹੇ, ਚੱਲ ਆਵਤ ਸ੍ਰੀ ਸਤਿਗੁਰ ਪਾਹੇ। ਹੋਣ ਲੱਗੀ ਸਭ ਕੀ ਅਰਦਾਸ, ਵਰਤਹਿ ਪੰਚਾਮ੍ਰਿਤ ਗੁਰ ਪਾਸ। ਸਾਰਿਆਂ ਦੀਆਂ ਅਰਦਾਸਾਂ ਹੁੰਦੀਆਂ। ਮੇਵੜਾ ਸਿੰਘ ਅਰਦਾਸਾਂ ਕਰਦਾ, ਮੇਵੜੇ ਦਾ ਅਰਥ ਹੁੰਦਾ ਅਰਦਾਸ ਕਰਨ ਵਾਲਾ ਸਿੰਘ। ਅਤੇ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਵਰਤਦੀਆਂ। ਬਹੁ ਉਤਸ਼ਵ ਕਰ ਕਰ ਨਰ ਨਾਰੀ, ਦਰਸ਼ੈ ਗੁਰ ਪਰ ਹੋਵੈ ਬਲਿਹਾਰੀ। ਸੰਗਤਾਂ ਬੜੇ ਪਿਆਰ ਨਾਲ ਦਰਸ਼ਨ ਦਿਦਾਰੇ ਕਰਦੀਆਂ, ਗੁਰੂ ਜੀ ਤੋਂ ਬਲਿਹਾਰ ਜਾਂਦੀਆਂ। ਗਨ ਸੰਗਤ ਕੋ ਮੇਲ ਸਕੇਲੇ, ਦਰਸ਼ੈ ਚੌਂ ਦਿਸ਼ ਗੁਰੂ ਸੁਹੇਲੇ। ਇਸ ਤਰ੍ਹਾਂ ਸਾਧ ਸੰਗਤ ਜੀ, ਮਜਨੂ ਦੇ ਟਿੱਲੇ ਵਿਖੇ ਅਨੇਕਾਂ ਸੰਗਤਾਂ ਦਾ ਇਕੱਠ ਹੁੰਦਾ। ਦੂਰ ਦੂਰ ਤੱਕ ਵਿਛਾਈਆਂ ਹੋ ਜਾਂਦੀਆਂ। ਸੰਗਤਾਂ ਦੂਰੋਂ ਦੂਰੋਂ ਆਣ ਕੇ ਗੁਰੂ ਸਾਹਿਬ ਦੇ ਦਰਸ਼ਨ ਦਿਦਾਰੇ ਕਰਦੀਆਂ। ਅਤੇ ਕਈ ਵਿਚਾਰੇ ਏਡੇ ਕਰਮਾਂ ਦੇ ਮਾੜੇ ਵੀ ਹੁੰਦੇ,
ਵੀ ਉਹਨਾਂ ਦਾ ਘਰ ਬਿਲਕੁਲ ਉੱਥੇ ਲਾਗੇ ਹੁੰਦਾ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਏ ਨੇ, ਉੱਥੇ ਵੀ ਨਾ ਚੱਲ ਕੇ ਆਉਂਦੇ, ਉਹ ਵਿਚਾਰੇ ਘਰ ਹੀ ਰਹਿ ਜਾਂਦੇ। ਗੁਰੂ ਸਾਹਿਬ ਦੇ ਦਰਸ਼ਨ ਦਿਦਾਰੇ ਵੀ ਵੱਡੇ ਭਾਗਾਂ ਵਾਲੇ ਕਰ ਸਕਦੇ ਹਨ। ਜਿਨ੍ਹਾਂ ਦੇ ਕਰਮ ਹੀ ਮਾੜੇ ਹੋਣ ਉਹ ਗੁਰੂ ਜੀ ਦੇ ਦਰਸ਼ਨ ਨਹੀਂ ਕਰ ਸਕਦੇ। ਅਤੇ ਦੂਸਰੀ ਸਾਧ ਸੰਗਤ ਜੀ ਗੱਲ ਇਹ ਆ, ਇੱਕ ਵਾਰੀ ਇੱਕ ਕਵੀ ਨੇ ਚੰਬੇਲੀ ਦੇ ਫੁੱਲ ਨੂੰ ਪੁੱਛਿਆ, ਕਿਉਂਕਿ ਜਿਹੜਾ ਚੰਬੇਲੀ ਦਾ ਫੁੱਲ ਆ ਨਾ ਉਹਦੇ ਉੱਤੇ ਭੌਰਾ ਨਹੀਂ ਬੈਠਦਾ, ਬਾਕੀ ਦੇ ਜਿਹੜੇ ਫੁੱਲ ਨੇ ਉਹਨਾਂ ਦੇ ਉੱਤੇ ਭੌਰਾ ਬੈਠ ਜਾਂਦਾ। ਇੱਕ ਕਵੀ ਨੇ ਪੁੱਛਿਆ ਚੰਬੇਲੀ ਦੇ ਫੁੱਲ ਨੂੰ, ਚੰਪਾ ਤੁਝ ਮੈਂ ਤੀਨ ਗੁਣ, रूप रंग अरबास, क्या अवगण है तुझ में, जो भंवर न बैठे पास। कवि ने पूछा भी हे चंबेली दे फुल, चंपा तुझ में तीन गुण, रूप तेरा रूप भी सोहना, रूप रंग तेरा रंग भी सोहना, अरबास तेरे विचों सुगंधी समैल भी बहुत सोहनी आउंदी, पर यह दस तेरे उत्ते भौरा क्यों नहीं बैठदा, तेरे विच औगुण किहड़ा। अग्यों चंबेली दे फुल ने जवाब दिता, हे कवि मुझ में तीन गुण, रूप रंग अरबास, ठौर ठौर के मीत को मैं नहीं बिठाता पास। अग्यों चंबेली दे फुल ने कहा भी मैं मेरे विच सारे गुण ने, रब ने मैनू रूप भी सोहना दिता, रंग भी सोहना दिता, समैल भी बहुत सोहनी आ, पर मेरी मर्जी आ, मैं इस भौरे नूं अपने उत्ते बैठण ही नहीं दिंदा। कवि ने कहा क्यों, तो फुल ने जवाब दिता, ये जिहड़ा भौरा है तो थां थां दे उत्ते बैठदा फिरदा, ये सारियां फुल्लां दे उत्ते बैठदा, भौरा किसी एक दा थोड़ी आ भी इक्को ही फुल दे उत्ते बैठे, ये तो थां थां तो मकरंद रस लैंदा, तां करके इहनूं मैं अपने उत्ते बैठण ही नहीं दिंदा। इसे तरह गुरु साहिब जी भी अपनी गोद विच उन्हां नूं बिठाउंदे जिहड़े गुरु जी दे प्यारे होण, ਜਿਹੜੇ ਇੱਧਰ ਉੱਧਰ ਭਟਕਦੇ ਫਿਰਨ, ਗੰਗਾ ਗਏ ਗੰਗਾ ਰਾਮ, ਜਮਨਾ ਗਏ ਜਮਨਾ ਦਾਸ, ਉਹ ਗੁਰੂ ਸਾਹਿਬ ਜੀ ਦੇ ਕੋਲ ਬੈਠੇ ਹੋਏ ਵੀ ਨਾ ਬੈਠਿਆਂ ਵਰਗੇ ਹੁੰਦੇ ਨੇ, ਜਿਹਨੂੰ ਕਹਿ ਦਿੰਦੇ ਨੇ ਦੀਵੇ ਦੇ ਥੱਲੇ ਹਨੇਰਾ। ਇਹੋ ਜਿਹਾ ਭਾਵੇਂ ਗੁਰੂ ਜੀ ਦਾ ਆਪਣਾ ਪੁੱਤਰ ਹੀ ਹੋਵੇ, ਆਪਣਾ ਬੇਟਾ ਹੀ ਹੋਵੇ, ਪ੍ਰਿਥੀ ਚੰਦ, ਉਹ ਗੁਰੂ ਸਾਹਿਬ ਜੀ ਦੇ ਘਰ ਵਿੱਚ ਪੈਦਾ ਹੋ ਕੇ ਵੀ ਗੁਰੂ ਵਾਲਾ ਨਹੀਂ ਬਣਦਾ, ਉਹਦੇ ਉੱਤੇ ਤਾਂ ਵੀ ਨਹੀਂ ਬਖਸ਼ਿਸ਼ ਹੁੰਦੀ। ਤੇ ਭਾਈ ਲਹਿਣਾ ਸਾਹਿਬ ਵਰਗੇ ਗੁਰਮੁਖ ਪਿਆਰੇ, ਉਹ ਕਿੱਥੋਂ ਮੱਤੇ ਦੀ ਸਰਾਂ, ਫਿਰ ਨਾਂਗੇ ਦੀ ਸਰਾਂ, ਜ਼ਿਲ੍ਹਾ ਮੁਕਤਸਰ ਦੇ ਵਿੱਚੋਂ ਆਣ ਕੇ, ਖਡੂਰ ਸਾਹਿਬ ਤੋਂ ਆਣ ਕੇ, ਕਰਤਾਰਪੁਰ ਸਾਹਿਬ, ਉੱਥੋਂ ਆਣ ਕੇ ਫਾਇਦਾ ਲੈ ਜਾਂਦੇ ਨੇ। ਵਿਚਾਰੇ ਸ਼੍ਰੀ ਚੰਦ ਵਰਗੇ ਲੰਗੋਟ ਹੀ ਲਾਉਂਦੇ ਰਹਿ ਜਾਂਦੇ ਨੇ। ਉਹਨਾਂ ਬਾਰੇ ਬਚਨ ਲਿਖਿਆ ਵੀ ਪੁੱਤਰੀ ਕੌਲ ਨਾ ਪਾਲਿਓ, ਕਰ ਪੀਰੋਂ ਗੁਰ ਪੀਰੋਂ ਕੰਨ ਮੁਰਟੀਐ, ਦਿਲ ਖੋਟੇ ਆਕੀ ਫਿਰਨ, ਬਨ ਭਾਰ ਉਚਾਇਨ ਛੱਟੀਐ। ਉਹਨਾਂ ਬਾਰੇ ਗੁਰਬਾਣੀ ਵਿੱਚ ਲਿਖਿਆ ਵੀ ਉਹ ਦਿਲ ਦੇ ਖੋਟੇ ਹੀ ਰਹਿ, ਉਹ ਇਹੋ ਸੋਚਦੇ ਰਹਿ ਵੀ ਗੁਰੂ ਸਾਡਾ ਪਿਤਾ ਅਤੇ ਗੁਰਤਾ ਗੱਦੀ 'ਤੇ ਅਸੀਂ ਬਹਿਣਾ। ਸਤਿਗੁਰੂ ਜੀ ਨੇ ਵੇਖ ਲਿਆ ਵੀ ਇਹਨਾਂ ਨੂੰ ਸਿਰਫ ਗੁਰਤਾ ਗੱਦੀ ਦੇ ਲਾਲਚ ਆ, ਗੁਰੂ ਸਾਹਿਬ ਨੇ ਉਹਨਾਂ ਨੂੰ ਫਿਰ ਖਾਲੀ ਰਹਿਣ ਦਿੱਤਾ, ਗੁਰਤਾ ਗੱਦੀ ਭਾਈ ਲਹਿਣਾ ਸਾਹਿਬ ਨੂੰ ਦੇ ਦਿੱਤੀ। ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਸਾਰਿਆਂ ਦੇ ਬੇਨਤੀਆਂ ਸਾਹਿਬ